हाँ जी, गुड मॉर्निंग साਰਿਆਂ ਨੂੰ। ਟੌਪਿਕ ਅੱਜ ਦਾ ਵਿਸ਼ਾ ਜਿਹੜਾ ਹੈਗਾ ਮਿਡ ਡੇ ਮੀਲ ਸਕੀਮ ਦੇ ਵਿੱਚ ਸਾਲ 21-22 ਜਿਵੇਂ 31 ਮਾਰਚ ਨੂੰ ਬਹੁਤ ਸਾਰੀਆਂ ਲਿਮਿਟਸ ਜਿਹੜੀਆਂ ਸੀਗੀਆਂ ਅਣਵਰਤੀਆਂ ਰਹਿ ਗਈਆਂ, ਯਾਨੀ ਕਿ ਲੈਪਸ ਹੋ ਗਈਆਂ। ਅਸੀਂ PFMS ਪੋਰਟਲ ਤੇ ਇਹ ਕਿਵੇਂ ਚੈੱਕ ਕਰ ਸਕਦੇ ਹਾਂ ਕਿ ਪਾਰਟਿਕੂਲਰ ਸਕੀਮ ਦੇ ਵਿੱਚ ਮੌਜੂਦਾ ਸਮੇਂ ਜਿਹੜੀ ਮੈਂ ਗੱਲ ਕਰ ਰਿਹਾ ਮਿਡ ਡੇ ਮੀਲ ਦੇ ਵਿੱਚ ਸਾਨੂੰ ਜੋ ਲਿਮਿਟ ਜਾਰੀ ਹੋਈ ਉਹਦੇ ਅਗੇਂਸਟ ਅਸੀਂ ਕਿੰਨਾ ਖਰਚ ਕਰ ਲਿਆ ਤੇ ਕਿੰਨਾ ਅਸੀਂ ਖਰਚ ਨਹੀਂ ਕਰ ਪਾਏ। ਇਹ ਡਿਟੇਲ ਦੇਖਣ ਦੇ ਲਈ ਅੱਜ ਦੀ ਵੀਡੀਓ ਤੁਹਾਡੇ ਨਾਲ ਤਿਆਰ ਕੀਤੀ ਗਈ ਹੈ ਤੁਹਾਡੇ ਲਈ। ਇਹਦੇ ਵਿੱਚ ਤੁਸੀਂ PFMS ਪੋਰਟਲ ਤੇ ਜਾ ਕੇ ਆਪਣਾ ਐਡਮਿਨ ਦਾ ਲੌਗਇਨ ਕਰਨਾ ਹੈ। ਐਡਮਿਨ ਦੇ ਲੌਗਇਨ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਰਿਪੋਰਟ ਦੇ ਵਿੱਚ ਵੀ ਤੁਸੀਂ ਕਿੰਨੀ ਲਿਮਿਟ ਤੁਹਾਨੂੰ ਕਿਸ ਸਕੀਮ ਦੇ ਵਿੱਚ ਜਾਰੀ ਹੋਈ, ਉਹਦੇ ਚੋਂ ਕਿੰਨਾ ਤੁਸੀਂ ਖਰਚਾ ਕੀਤਾ, ਕਿੰਨੀ ਲਿਮਿਟ ਤੁਸੀਂ ਨਹੀਂ ਵਰਤ ਸਕੇ। ਇਹ ਸਾਰੀ ਡਿਟੇਲ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਆਓ ਜਾਣਦੇ ਹਾਂ। ਤੁਹਾਡੇ ਸਾਹਮਣੇ ਸਕਰੀਨ ਜੋ ਸ਼ੋਅ ਹੋਣ ਜਾ ਰਹੀ ਹੈ, ਮੈਂ ਇੱਕ ਪਾਰਟਿਕੂਲਰ ਸਕੂਲ ਦਾ ਐਡਮਿਨ ਦਾ ਲੌਗਇਨ ID ਖੁੱਲਿਆ ਹੋਇਆ। ਸਕੂਲ ਦਾ ਨਾਮ ਹੈ ਗਵਰਨਮੈਂਟ ਐਲੀਮੈਂਟਰੀ ਸਕੂਲ ਲਕਸ਼ਰੀ ਨੰਗਲ, ਅੰਮ੍ਰਿਤਸਰ ਦਾ ਇਹ ਸਕੂਲ ਹੈਗਾ। ਅੰਮ੍ਰਿਤਸਰ ਦੇ ਸਕੂਲ ਦਾ ਐਡਮਿਨ ਲੌਗਇਨ ਖੁੱਲਿਆ ਹੋਇਆ ਤੁਹਾਡੇ ਸਾਹਮਣੇ ਜੋ ਸਕਰੀਨ ਤੇ ਸ਼ੋਅ ਹੋ ਰਿਹਾ। ਸਕਰੀਨ ਦੇ ਵਿੱਚ ਮੇਰੇ ਲੈਫਟ ਸਾਈਡ ਤੇ ਰਿਪੋਰਟਸ ਦਾ ਇੱਕ ਆਪਸ਼ਨ ਆ ਰਹੀ ਹੈ। ਮੈਂ ਰਿਪੋਰਟਸ ਤੇ ਕਲਿੱਕ ਕਰਨਾ। ਜਦੋਂ ਮੈਂ ਚੈੱਕ ਕਰਨਾ ਹੈ ਕਿ ਲਿਮਿਟ ਦੀ ਮੇਰੀ ਡਿਟੇਲ ਹੈ ਕੀ ਹੈ, ਕਿੰਨੀ ਲਿਮਿਟ ਜਾਰੀ ਹੋਈ ਸੀ ਤੇ ਕਿੰਨੀ ਮੈਂ ਖਰਚ ਦਿੱਤੀ, ਇਹ ਚੈੱਕ ਕਰਨ ਲਈ ਰਿਪੋਰਟਸ ਤੇ ਕਲਿੱਕ ਕਰੋਗੇ। ਉਸ ਤੋਂ ਬਾਅਦ ਆਪਸ਼ਨਸ ਆ ਰਹੀਆਂ ਬਹੁਤ ਸਾਰੀਆਂ ਉੱਪਰ, ਜਿਵੇਂ ਤੁਸੀਂ ਦੇਖ ਸਕਦੇ ਹੋ। ਉਹਦੇ ਵਿੱਚ SNA ਆਪਸ਼ਨ ਹੈ ਤੇ ਦੂਸਰੇ ਨੰਬਰ ਤੇ SNA02 ਨੋਟ ਕਰ ਲਓ। SNA02 ਕਾਪੀ ਤੇ ਨੋਟ ਕਰ ਲਓ ਜੀ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਪਾਰਟਿਕੂਲਰ ਫਾਈਨੈਂਸ਼ੀਅਲ ਈਅਰ 'ਚ ਤੁਹਾਨੂੰ ਕਿੰਨੀ ਲਿਮਿਟ ਐਲੋਕੇਸ਼ਨ ਹੋਈ ਤੇ ਉਹਦੇ ਅਗੇਂਸਟ ਤੁਸੀਂ ਕੀ ਖਰਚਾ ਕੀਤਾ। ਇਸ ਲਿੰਕ ਤੇ ਤੁਸੀਂ ਕਲਿੱਕ ਕਰ ਦੇਣਾ। ਇਸ ਲਿੰਕ ਤੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਇੱਕ ਸਕਰੀਨ ਖੁੱਲੇਗੀ। SNA02 ਲਿਖਿਆ ਹੋਏਗਾ ਉੱਪਰ। ਐਲੋਕੇਸ਼ਨ ਆਫ ਫੰਡ ਐਂਡ ਐਕਸਪੈਂਡੀਚਰ ਰਿਪੋਰਟ ਹੈਗੀ ਹੈ। ਫਾਈਨੈਂਸ਼ੀਅਲ ਈਅਰ ਕਿਉਂਕਿ 22-23 ਤਾਂ ਹਲੇ ਕਰੰਟ ਫਾਈਨੈਂਸ਼ੀਅਲ ਈਅਰ ਹੈ, ਮੈਂ ਚੈੱਕ ਕਰਨਾ ਚਾਹੁੰਦਾ 21-22 ਦੇ, ਤਾਂ ਮੈਂ 21-22 ਸਿਲੈਕਟ ਕਰਾਂਗਾ। ਉਸ ਤੋਂ ਬਾਅਦ ਕੰਟਰੋਲਰ ਪੁੱਛੇਗਾ। ਕੰਟਰੋਲਰ ਜੋ ਹੈ ਸਾਡਾ ਸਕੂਲ ਐਜੂਕੇਸ਼ਨ ਐਂਡ ਲਿਟਰੇਸੀ ਡਿਪਾਰਟਮੈਂਟ ਹੀ ਹੈਗਾ ਗਵਰਨਮੈਂਟ ਆਫ ਇੰਡੀਆ ਦਾ, ਉਸੇ ਨੂੰ ਆਪਾਂ ਚੂਜ਼ ਕਰਨਾ। 008 ਨੋਟ ਕਰ ਲੈਣਾ। ਇਸ ਚੀਜ਼ ਨੂੰ ਸਕਰੀਨਸ਼ਾਟ ਲੈ ਲਓ, ਕਾਪੀ ਤੇ ਨੋਟ ਕਰ ਲਓ। ਜਿਵੇਂ ਤੁਸੀਂ ਇਹ ਆਪਸ਼ਨ ਨੂੰ ਚੂਜ਼ ਕਰੋਗੇ ਥੋੜਾ ਟਾਈਮ ਲੈਂਦਾ PFMS ਪੋਰਟਲ ਤੇ ਅਗਲੀ ਆਪਸ਼ਨ ਆਏਗੀ, ਉਹਦੇ ਵਿੱਚੋਂ ਤੁਸੀਂ ਚੂਜ਼ ਕਰਨਾ 024 ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਐਂਡ ਲਿਟਰੇਸੀ। ਫਿਰ ਅੱਗੇ ਪੁੱਛਦਾ ਤੁਹਾਡੀ ਸਕੀਮ। ਅਗਰ ਸਮਗਰਾ ਦੀ ਚੈੱਕ ਕਰਨੀ ਤਾਂ ਸਮਗਰਾ ਸਿਲੈਕਟ ਕਰ ਲੈਣਾ। ਮਿਡ ਡੇ ਮੀਲ ਦੀ ਚੈੱਕ ਕਰਨੀ ਹੈ ਤਾਂ ਮਿਡ ਡੇ ਮੀਲ ਸਿਲੈਕਟ ਕਰ ਲੈਣਾ। ਮੈਂ 965 ਜੋ ਹੈ ਗਵਰਨਮੈਂਟ ਆਫ ਇੰਡੀਆ ਦਾ ਸਕੀਮ ਦਾ ਕੋਡ ਹੈਗਾ, ਇਹ ਇਸ ਨੂੰ ਸਿਲੈਕਟ ਕਰ ਲਿਆ ਤੇ ਲਿੰਕਡ ਸਕੀਮ ਤੇ ਜਾਵਾਂਗੇ। ਲਿੰਕਡ ਸਕੀਮ ਦੇ ਵਿੱਚ ਮਿਡ ਡੇ ਮੀਲ PB67। ਇਹ ਯਾਦ ਰੱਖਣਾ 9165 ਜੋ ਹੈ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਜੋ ਹੈ ਮਿਡ ਡੇ ਮੀਲ, ਉਸ ਨੂੰ ਨਾਮ ਦਿੱਤਾ ਗਿਆ 9165 ਨੰਬਰ, ਤੇ ਪੰਜਾਬ ਦੇ ਵਿੱਚ ਉਹ ਸਕੀਮ ਦਾ ਕੋਡ ਹੈਗਾ PB67। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਐਲੋਕੇਟਿੰਗ ਏਜੰਸੀ ਚੂਜ਼ ਕਰਨੀ ਹੈ। ਅਗਰ ਕਿਸੇ ਪਾਰਟਿਕੂਲਰ ਸਕੂਲ ਨੂੰ ਜੋ ਬਲਾਕ ਪੈਂਦਾ, ਜਿਵੇਂ ਇਹ ਸਕੂਲ ਜਿਸ ਦਾ ਮੈਂ ID ਖੁੱਲਿਆ ਹੋਇਆ ਇਹ ਅੰਮ੍ਰਿਤਸਰ 3 ਦੇ ਵਿੱਚ ਪੈਂਦਾ, ਮੈਂ ਇੱਥੋਂ ਅੰਮ੍ਰਿਤਸਰ 3 ਨੂੰ ਸਿਲੈਕਟ ਕਰਨਾ। ਅੰਮ੍ਰਿਤਸਰ 3 ਜਦੋਂ ਆਏਗਾ ਮੈਂ ਅੰਮ੍ਰਿਤਸਰ 3 ਨੂੰ ਚੂਜ਼ ਕਰ ਲੈਣਾ ਜੀ। ਅੰਮ੍ਰਿਤਸਰ 3 ਦੀ ਆਪਸ਼ਨ ਜਿਹੜੀ ਹੈਗੀ ਹੈ, ਜਿਵੇਂ BEO ਅੰਮ੍ਰਿਤਸਰ 3 ਆ ਗਿਆ। ਇਹ ਮੇਰੀ ਐਲੋਕੇਟਿੰਗ ਏਜੰਸੀ ਹੈ, ਯਾਨੀ ਕਿ ਫੰਡ ਮੈਨੂੰ ਕਿੱਥੋਂ ਆ ਰਿਹਾ, BEO ਅੰਮ੍ਰਿਤਸਰ 3 ਬਲਾਕ ਤੋਂ। ਉਸ ਤੋਂ ਬਾਅਦ ਚਾਈਲਡ ਏਜੰਸੀ ਤੁਸੀਂ ਵਿਊ ਰਿਪੋਰਟ ਕਰਕੇ ਵੀ ਕਲਿੱਕ ਕਰਕੇ ਦੇਖ ਸਕਦੇ ਹੋ, ਲੇਕਿਨ ਇਹਦੇ ਵਿੱਚ ਕੀ ਹੈ ਸਾਰੇ ਹੀ ਸਕੂਲ ਦਿਖਾਣੇ ਸ਼ੁਰੂ ਕਰ ਦੇਗਾ। ਅਗਰ ਤੁਸੀਂ ਆਪਣੇ ਹੀ ਸਕੂਲ ਦਾ ਚੈੱਕ ਕਰਨਾ ਤਾਂ ਆਲ ਦੇ ਵਿੱਚੋਂ ਤੁਸੀਂ ਚੂਜ਼ ਕਰ ਲੈਣਾ ਆਪਣਾ ਸਕੂਲ। ਆਪਣਾ ਸਕੂਲ ਤੁਹਾਡਾ, ਜਿਵੇਂ ਹਰੇਕ ਸਕੂਲ ਦਾ ਯੂਨੀਕ ਕੋਡ ਵੀ ਸਾਹਮਣੇ ਆ ਰਿਹਾ, ਯੂਨੀਕ ਕੋਡ ਤੋਂ ਵੀ ਪਛਾਣ ਸਕਦੇ ਹੋ, ਨਾਮ ਵੀ ਆ ਰਿਹਾ। ਮੈਂ ਆਪਣਾ ਸਕੂਲ ਚੂਜ਼ ਕੀਤਾ ਤੇ ਉਸ ਤੋਂ ਬਾਅਦ ਮੈਂ ਵਿਊ ਰਿਪੋਰਟ ਤੇ ਕਲਿੱਕ ਕਰਾਂਗਾ। ਵਿਊ ਰਿਪੋਰਟ ਤੇ ਕਲਿੱਕ ਕਰਨ ਦੇ ਸਾਰ ਸਾਡੇ ਸਾਹਮਣੇ ਪ੍ਰੋਸੈਸਿੰਗ ਹੋ ਕੇ ਇੱਕ ਰਿਪੋਰਟ ਖੁੱਲਦੀ ਹੈ। ਰਿਪੋਰਟ ਦੇ ਵਿੱਚ ਜਿਹੜਾ ਉੱਪਰ ਵਾਲਾ ਕਾਲਮ ਆ ਰਿਹਾ, ਜੋ ਮੈਂ ਸਿਲੈਕਟ ਕਰਕੇ ਦਿਖਾਵਾਂ ਤਾਂ ਉੱਪਰ ਵਾਲਾ ਜਿਹੜਾ ਕਾਲਮ ਆ ਰਿਹਾ, ਇਹ ਜਿਹੜੀ ਡਿਟੇਲ ਹੈ ਇਹ ਬਲਾਕ ਦੀ ਆ ਰਹੀ ਹੈ। ਬਲਾਕ ਦੀ ਟੋਟਲ ਲਿਮਿਟ ਦਿਖਾ ਰਿਹਾ। ਆਪਾਂ ਤਾਂ ਸਿਰਫ ਨੀਚੇ ਵਾਲੇ ਨਾਲ ਮਤਲਬ ਹੈ ਸਾਨੂੰ। ਅਗਰ ਇੱਕ ਪਾਰਟਿਕੂਲਰ ਸਕੂਲ ਆਪਣੀ ਦੇਖਣੀ ਚਾਹ ਰਿਹਾ, ਸਕੂਲ ਇਹ ਦੇਖ ਸਕਦਾ ਹੈ ਗਵਰਨਮੈਂਟ ਐਲੀਮੈਂਟਰੀ ਸਕੂਲ ਨੂੰ 4935 ਰੁਪਏ ਗ੍ਰੋਸ ਲਿਮਿਟ ਐਲੋਕੇਟਡ ਬਾय ਪੇਰੈਂਟ, ਯਾਨੀ ਕਿ ਸਾਨੂੰ ਬਲਾਕ ਤੋਂ 4935 ਰੁਪਏ ਲਿਮਿਟ ਐਲੋਕੇਸ਼ਨ ਹੋਈ ਸੀ। ਲਿਮਿਟ ਐਲੋਕੇਸ਼ਨ ਫॉर ਐਕਸਪੈਂਡੀਚਰ, ਯਾਨੀ ਕਿ ਇੱਕ ਲਿਮਿਟ ਹੁੰਦੀ ਜਿਹੜੀ ਅਸੀਂ ਅੱਗੇ ਵੰਡਣੀ ਹੈ, ਇੱਕ ਲਿਮਿਟ ਹੁੰਦੀ ਜਿਹੜੀ ਅਸੀਂ ਖਰਚਣੀ ਹੈ। ਸਾਨੂੰ ਇਹ ਐਕਸਪੈਂਡੀਚਰ 'ਚ
ਮਿਲੀ ਤੇ ਟੋਟਲ ਐਕਸਪੈਂਡੀਚਰ ਮੇਰਾ ਕਿੰਨਾ ਹੋ ਗਿਆ 4935 ਦੇ 35 ਮੈਂ ਖਰਚ ਦਿੱਤੇ ਤੇ ਮੇਰੀ ਜੋ ਲਿਮਿਟ ਹੈਗੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਲਿਮਿਟ ਜਿਹੜੀ ਹੈ ਲਾਸਟ ਦੇ ਵਿੱਚ ਟੋਟਲ ਅਨਸਪੈਂਟ ਬੈਲੈਂਸ ਅਗੇਂਸਟ ਟੋਟਲ ਲਿਮਿਟ ਐਲੋਕੇਟਡ, ਯਾਨੀ ਕਿ ਤੁਹਾਡੀ ਜਿਹੜੀ ਲਿਮਿਟ ਸੀਗੀ ਉਹ 4935 ਰੁਪਏ ਤੁਸੀਂ ਪੂਰੀ ਦੀ ਪੂਰੀ ਵਰਤ ਲਈ ਹੈ, ਕੋਈ ਵੀ ਤੁਹਾਡੀ ਲਿਮਿਟ ਬਕਾਇਆ ਨਹੀਂ ਹੈਗੀ ਇਸ ਸਕੂਲ ਦੀ ਫॉर ਮਿਡ ਡੇ ਮੀਲ ਸਕੀਮ। ਅਗਰ ਦੂਜੀ ਕਿਸੇ ਸਕੀਮ ਲਈ ਚੈੱਕ ਕਰਨਾ ਹੈ ਤਾਂ ਦੂਸਰੀ ਸਕੀਮ ਸਿਲੈਕਟ ਕਰ ਲਓ, ਇਹ ਤੁਹਾਡੇ ਤੇ ਹੈ ਜੀ। ਜੋ ਉੱਪਰ ਆ ਰਿਹਾ BE ਅੰਮ੍ਰਿਤਸਰ 3 ਇਹ ਪੂਰੇ ਬਲਾਕ ਦੀ ਲਿਮਿਟ ਦਿਖਾ ਰਿਹਾ। ਪੂਰੇ ਬਲਾਕ ਨੂੰ ਜੋ ਲਿਮਿਟ ਐਲੋਕੇਸ਼ਨ ਹੋਈ ਉਹ ਹੋਈ ਜੀ 39,27,834 ਰੁਪਏ, ਜਿਹਦੇ ਵਿੱਚੋਂ 26 ਲੱਖ ਰੁਪਇਆ ਉਸ ਨੂੰ ਅੱਗੇ ਵੰਡਣਾ ਸੀਗਾ, 13 ਲੱਖ ਰੁਪਇਆ ਖਰਚਾ ਕਰਨਾ ਸੀਗਾ। 13 ਲੱਖ ਰੁਪਏ ਵਿੱਚੋਂ 12,34,400 ਰੁਪਏ ਬਲਾਕ ਵੱਲੋਂ ਖਰਚੇ ਗਏ, ਲੇਕਿਨ ਬਾਕੀ 67,600 ਜਿਹੜੇ ਨਹੀਂ ਖਰਚ ਪਾਏ, ਇਹ ਬਲਾਕ ਦੀ ਲਿਮਿਟ ਲੈਪਸ ਹੋ ਗਈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਤੁਸੀਂ ਇਹ ਚੀਜ਼ ਦਾ ਖਿਆਲ ਰੱਖਣਾ ਕਿ ਜਿਵੇਂ ਹੀ ਤੁਹਾਨੂੰ ਲਿਮਿਟ ਐਲੋਕੇਸ਼ਨ ਹੋਵੇ ਤਾਂ ਲਾਸਟ ਡੇਟਾਂ ਦੇ ਵਿੱਚ ਨਹੀਂ ਜਾਣਾ, ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇਹ ਲਿਮਿਟ ਨੂੰ ਤੁਰੰਤ ਵਰਤ ਲਿਆ ਜਾਵੇ, ਇਹ ਲੈਪਸ ਨਹੀਂ ਹੋਣ ਦੇਣੀਆਂ ਜੀ। ਇਸ ਤਰੀਕੇ ਨਾਲ ਤੁਸੀਂ ਲਿਮਿਟ ਦੀ ਚੈਕਿੰਗ ਕਰ ਸਕਦੇ ਹੋ ਕਿ ਮੈਨੂੰ ਕਿੰਨੀ ਲਿਮਿਟ ਮਿਲੀ ਸੀਗੀ ਤੇ ਕਿੰਨੀ ਮੇਰੀ ਲਿਮਿਟ ਇਹ ਲੈਪਸ ਹੋ ਗਈ ਹੈ। ਤੇ ਦੂਸਰੀ ਹੋਰ ਚੀਜ਼ ਜੋ ਮੇਰੇ ਧਿਆਨ ਦੇ ਵਿੱਚ ਆਈ ਹੈਗੀ ਹੈ ਕਿ ਤੁਸੀਂ ਪੇਮੈਂਟ ਕੀਤੀ 31 ਮਾਰਚ ਦੇ ਵਿੱਚ, 31 ਮਾਰਚ ਨੂੰ PPA ਜਨਰੇਟ ਕੀਤਾ, ਲੇਕਿਨ PPA ਜਿਹੜਾ ਪਾਸ ਨਹੀਂ ਹੋਇਆ, ਕਲੀਅਰ ਨਹੀਂ ਹੋਇਆ। ਇਹ ਜਦੋਂ ਤੁਸੀਂ ਰਿਪੋਰਟ ਚੈੱਕ ਕਰੋਗੇ SNA 02, ਇਸ ਗੱਲ ਦਾ ਖਿਆਲ ਰੱਖਣਾ, ਦੇਖਣਾ ਹੈ ਕਿ ਇਹਦੇ ਵਿੱਚ ਉਹ PPA ਤਾਂ ਨਹੀਂ ਇਨਵੋਲਵ ਜੋ ਤੁਸੀਂ ਪਾਸ ਨਹੀਂ ਹੋਇਆ ਤੁਹਾਡਾ, ਠੀਕ ਹੈ ਜੀ। ਅਗਰ ਪਾਸ ਹੋ ਗਿਆ, ਖਾਤੇ ਚਲੇ ਗਏ ਪੈਸੇ ਜਿਹਨੂੰ ਪੇਮੈਂਟ ਕਰਨੀ ਸੀਗੀ, ਦੈਨ ਗੁੱਡ। ਅਗਰ ਉਸ ਤਰ੍ਹਾਂ ਦੀ ਵੀ ਅਮਾਉਂਟ ਇਸ ਦੇ ਵਿੱਚ ਸ਼ਾਮਿਲ ਹੈ ਜਿਹੜੀ ਕਿ ਤੁਸੀਂ PPA ਜਨਰੇਟ ਕੀਤੀ ਲੇਕਿਨ ਉਹ PPA ਕਲੀਅਰ ਨਹੀਂ ਹੋਈ, ਯਾਨੀ ਕਿ ਲਿਮਿਟ ਤੁਸੀਂ 100 ਰੁਪਏ ਤੁਹਾਨੂੰ ਐਲੋਕੇਸ਼ਨ ਹੋਈ, ਐਗਜ਼ਾਮਪਲ ਦੇ ਤੌਰ ਤੇ ਤੁਸੀਂ 2 PPA ਲਾਤੇ, ਇੱਕ 50 ਰੁਪਏ ਦਾ ਪੇਮੈਂਟ ਦਾ, ਇੱਕ 50 ਦਾ, 50 ਸਕਸੈਸ ਆ ਗਿਆ, ਚਲੇ ਗਏ ਖਾਤੇ 'ਚ। 50 ਦਾ ਜਦੋਂ PPA 31 ਨੂੰ ਭੇਜਿਆ ਲੇਕਿਨ ਉਹ ਤੁਹਾਡਾ ਕਿਸੇ ਵੀ ਕਾਰਨ ਕਲੀਅਰ ਨਹੀਂ ਹੋ ਸਕਿਆ, ਤਾਂ ਤੁਹਾਡੀ ਐਕਚੁਅਲ ਦੇ ਵਿੱਚ ਯੂਟਿਲਾਈਜੇਸ਼ਨ 50 ਹੀ ਹੈਗੀ ਹੈ, ਲੇਕਿਨ ਖਰਚਾ ਤੁਹਾਡਾ ਕਿੰਨਾ ਹੈ ਉਹ 100 ਹੀ ਹੋਏਗਾ। ਖਰਚਾ ਤੁਹਾਡਾ 100 ਹੀ ਹੈਗਾ, ਲੇਕਿਨ 50 ਰੁਪਏ ਤੁਹਾਡੀ ਲਿਮਿਟ ਤੁਸੀਂ ਵਰਤ ਨਹੀਂ ਪਾਏ, ਉਹ ਤੁਹਾਨੂੰ ਦੁਬਾਰਾ ਅਗਲੇ ਵਿੱਤੀ ਸਾਲ ਦੇ ਵਿੱਚ ਸਾਨੂੰ ਲਿਖਣਾ ਪਏਗਾ, BPO ਦਫ਼ਤਰ ਨੂੰ ਲਿਖਣਾ ਪਏਗਾ, ਸਕੂਲ ਨੂੰ। ਸਕੂਲ ਦੀ ਅਗਰ ਲਿਮਿਟ ਲੈਪਸ ਹੋਈ ਹੈ, BPO ਦਫ਼ਤਰ ਨੂੰ ਲਿਖੇਗਾ ਕਿ ਜੀ ਮੈਨੂੰ ਇੰਨੀ ਟੋਟਲ ਲਿਮਿਟ ਐਲੋਕੇਸ਼ਨ ਹੋਈ ਸੀ ਤੇ ਇੰਨੀ ਲਿਮਿਟ ਲੈਪਸ ਹੋ ਗਈ ਹੈ, ਲੇਕਿਨ ਮੇਰਾ ਖਰਚਾ ਜਿਹੜਾ ਹੈਗਾ ਉਹ ਪਿਛਲਾ ਮੇਰਾ ਦੇਣਦਾਰੀ ਕੋਈ ਬਕਾਇਆ ਹੈਗੀ ਹੈ, ਉਹ ਮੇਰੇ 31 ਮਾਰਚ ਤੱਕ ਦੇ ਇੰਨੇ ਪੈਸੇ ਮੈਨੂੰ ਹੋਰ ਜਾਰੀ ਕੀਤੇ ਜਾਣ ਤਾਂ ਜੋ ਪਿਛਲੇ ਸਾਲ 21-22 ਦਾ ਜਿਹੜਾ ਮੇਰਾ ਹਿਸਾਬ ਜਿਹੜਾ ਨਿਲ ਹੋ ਸਕੇ। ਨਿਲ ਸਮਝ ਗਏ ਜੀ? ਇਹ ਚੀਜ਼ ਤੁਸੀਂ BPO ਦਫ਼ਤਰਾਂ ਨੂੰ ਸੂਚਿਤ ਕਰਨਾ ਹੈ ਹਰੇਕ ਸਕੂਲ ਨੇ, ਤਾਂ ਨੋਟ ਕਰ ਲਓ ਇਹ ਚੀਜ਼ ਨੂੰ, ਇਹ ਬਹੁਤ ਜ਼ਰੂਰੀ ਹੈ, ਤੁਹਾਡੇ ਸਾਰਿਆਂ ਲਈ ਬਹੁਤ ਅਹਿਮ ਵੀ ਹੈਗੀ ਹੈ। ਤੇ ਜੇ ਕਿਸੇ ਨੂੰ ਕੋਈ ਡਾਊਟ ਹੋਵੇ ਤਾਂ ਤੁਸੀਂ ਕੁਐਸਚਨ ਕਰ ਸਕਦੇ ਹੋ। ਥੈਂਕ ਯੂ ਸੋ ਮਚ।